ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਅੱਜ ਦਾ ਆਸ ਭਗਤ ਰਵਿਦਾਸ ਮਹਾਂਪੁਰਖਾਂ ਦੇ ਜੀਵਨ ਦੀ ਥੋੜ੍ਹੀ ਜਿਹੀ ਵਿਚਾਰ ਜਿਹੜੀ ਹੈ ਨਾ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈ। ਜਿਵੇਂ ਕਿ ਭਾਈ ਗੁਰਦਾਸ ਜੀ ਦਾ ਫਰਮਾਨ ਹੈ, ਭਗਤ ਭਗਤ ਜਗ ਵੱਜਿਆ, ਚੌਂ ਚੱਕਾਂ ਦੇ ਵਿੱਚ ਚਮਰੇਟਾ, ਪਾਣਾ ਗੰਢੇ ਰਾਹ ਵਿੱਚ, ਕੁੱਲਾ ਧਰਮ ਢੋਏ ਢੋਰ ਸਮੇਟਾ। ਸੋ ਆਪ ਜੀ ਦਾ ਜਿਹੜਾ ਜਨਮ ਸੀਗਾ ਉਹ ਬਨਾਰਸ ਦੇ ਵਿੱਚ, ਜਿਹੜੀ ਕਾਸ਼ੀ ਦੇ ਵਿੱਚ ਪੈਂਦੀ ਹੈ, ਇੱਥੇ ਹੋਇਆ ਸੀਗਾ। ਸੋ ਆਪ ਜੀ ਦੇ ਪਿਤਾ ਦਾ ਨਾਮ ਜਿਹੜਾ ਉਹ ਰਾਮੂ ਜੀ ਸੀ ਅਤੇ ਆਪ ਦੀ ਮਾਤਾ ਦਾ ਨਾਂ ਸੀ ਤੁਰਵਿਨਿਆ ਜੀ। ਆਪ ਦੇ ਜਿਹੜੇ ਮਾਤਾ ਪਿਤਾ ਸੀਗੇ ਇਹ ਦੋਨੋਂ ਹੀ ਜਿਹੜੇ ਹੈ ਨਾ ਇਹ ਸ਼ੁਰੂ ਤੋਂ ਸਾਧੂ ਸੁਭਾਅ ਦੇ ਸੀਗੇ। ਸੋ ਇਹਨਾਂ ਦੇ ਪਿਤਾ ਜੀ ਜਿਹੜੇ ਸੀਗੇ ਉਹ ਕੱਚੇ ਪੱਕੇ ਹੈ ਨਾ ਚਮੜੇ ਦੇ ਸੌਦਾਗਰ ਸੀਗੇ ਉਹਨਾਂ ਟਾਈਮਾਂ ਦੇ ਵਿੱਚ, ਅਤੇ ਘਰ ਦੇ ਵਿੱਚ ਜਿਹੜੀ ਸੀਗੀ ਉਹ ਸੌਦਾਗਰੀ ਕਰਕੇ ਜਿਹੜੀ ਸੀ ਉਹ ਅਮੀਰੀ ਵੀ ਸੀ ਉਹਨਾਂ ਟਾਈਮਾਂ ਦੇ ਵਿੱਚ। ਅਤੇ ਬਹੁਤ ਸਾਰੇ ਸੱਜਣ ਜਿਹੜੇ ਸੀਗੇ ਹੈ ਨਾ ਇਹਨਾਂ ਤੋਂ ਹੀ ਚਮੜੇ ਦਾ ਜਿਹੜਾ ਸਮਾਨ ਦਾ ਜਿਹੜਾ ਸੀਗਾ ਉਹ ਵਪਾਰ ਕਰਦੇ ਹੁੰਦੇ ਸੀਗੇ, ਆਲੇ ਦੁਆਲੇ ਸ਼ਹਿਰਾਂ ਦੇ ਵਿੱਚ ਵੀ ਸੀ। ਸੋ ਆਪ ਨੂੰ ਜਿਹੜੀ ਇਹ ਲਗਨ ਹੈ ਨਾ ਇਹ ਆਪਣੇ ਮਾਤਾ ਪਿਤਾ ਤੋਂ ਲੱਗੀ ਆ, ਕਿਉਂਕਿ ਮਾਤਾ ਪਿਤਾ ਜਿਹੜੇ ਹੈ ਨਾ ਸ਼ੁਰੂ ਤੋਂ ਹੀ ਉਹਨਾਂ ਟਾਈਮਾਂ ਦੇ ਵਿੱਚ ਉਸ ਟਾਈਮ ਦੇ ਜਿਹੜੇ ਪ੍ਰਸਿੱਧ ਮਹਾਂਪੁਰਖ ਸੀ ਜਿਨ੍ਹਾਂ ਦਾ ਨਾਮ ਸੀਗਾ ਭਗਤ ਰਾਮਾਨੰਦ ਜੀ, ਉਹਨਾਂ ਦੇ ਸੇਵਕ ਸੀਗੇ। ਸੋ ਜਦ ਸਮਾਂ ਹੋਇਆ ਨਾ ਜਦੋਂ ਭਗਤ ਰਵਿਦਾਸ ਮਹਾਰਾਜ ਜੀ ਦਾ ਜਨਮ ਹੋਇਆ ਸੀ ਉਹਨਾਂ ਟਾਈਮਾਂ ਦੇ ਵਿੱਚ, ਅਤੇ ਆਪ ਜੀ ਦੇ ਚਿਹਰੇ ਦੇ ਉੱਤੇ ਬੜਾ ਤੇਜ ਸੀਗਾ। ਹਜੇ ਜਨਮ ਹੋਏ ਨੂੰ ਜਿਹੜੇ ਨੇ 5 ਦਿਨ ਹੋਏ ਸੀ, ਅਤੇ ਇਹਨਾਂ ਦੇ ਪਿਤਾ ਜੀ ਜਿਹੜੇ ਰਾਮੂ ਜੀ ਸੀ ਇਹਨਾਂ ਜਾ ਰਹੇ ਸੀ, ਅਚਨਚੇਤ ਸਾਹਮਣੇ ਰਾਮਾਨੰਦ ਜੀ ਆਉਂਦੇ ਉਹਨਾਂ ਨੂੰ ਦਿਸਿਆ। ਇਹਨਾਂ ਨੇ ਨਾ ਰਾਮਾਨੰਦ ਜੀ ਨੂੰ ਜਿਹੜੀ ਸੀ ਉਹਨਾਂ ਫਿਰ ਨਮਸਕਾਰ ਕੀਤੀ ਆ। ਨਮਸਕਾਰ ਕਰਕੇ ਫਿਰ ਇਹ ਜਿਹੜਾ ਸੀ ਕਿਹਾ ਸੀਗਾ ਕਿ ਸਾਡੇ ਘਰ ਇੱਕ ਬਾਲਕ ਨੇ ਜਨਮ ਲਿਆ ਹੈਗਾ। ਅਤੇ ਜਦੋਂ ਉਸ ਬਾਲਕ ਦੀਆਂ ਜਿਹੜੀਆਂ ਨਿਸ਼ਾਨੀਆਂ ਸੀਗੀਆਂ ਇਹਨਾਂ ਦੇ ਪਿਤਾ ਜੀ ਨੇ ਰਾਮਾਨੰਦ ਮਹਾਂਪੁਰਖਾਂ ਦੇ ਨਾਲ ਸਾਂਝੀਆਂ ਕੀਤੀਆਂ ਸੀ ਉਹਨਾਂ ਟਾਈਮਾਂ ਦੇ ਵਿੱਚ, ਅਤੇ ਉਹਨਾਂ ਨਿਸ਼ਾਨੀਆਂ ਦੇ ਹਿਸਾਬ ਦੇ ਨਾਲ ਫਿਰ ਰਾਮਾਨੰਦ ਜੀ ਦੇ ਹੈ ਨਾ ਮਨ ਦੇ ਵਿੱਚ ਇਹ ਜਿਹੜਾ ਸੰਕਲਪ ਜਾਂ ਵਿਚਾਰ ਫੁਰੀ ਸੀਗੀ ਕਿ ਇਹ ਜਿਹੜਾ ਬੱਚਾ ਹੈ ਨਾ ਜਿਹਦੀਆਂ ਨਿਸ਼ਾਨੀਆਂ ਜਿਹੜੇ ਇਹਦੇ ਪਿਤਾ ਜੀ ਦੱਸ ਰਹੇ ਆ ਇਹ ਕੋਈ ਸਧਾਰਨ ਬਾਲਕ ਨਹੀਂ ਹੈ, ਇਹ ਬਹੁਤ ਵੱਡੀ ਜਿਹੜੀ ਹੈ ਨਾ ਉਹ ਪਰਮੇਸ਼ਰ ਦੀ ਆਪਣੀ ਹੀ ਜਿਹੜੀ ਬਣਤ ਬਣਾਈ ਇਸ ਸੰਸਾਰ ਨੂੰ ਤਾਰਨ ਵਾਸਤੇ ਆਈ ਆ। ਸੋ ਇਹ ਜਿਹੜਾ ਬੱਚਾ ਹੈਗਾ ਅਸਲ ਦੇ ਵਿੱਚ ਇਹ ਆਪ ਹੀ ਅਕਾਲ ਪੁਰਖ ਦਾ ਰੂਪ ਹੈਗਾ। ਸੋ ਜਦ ਇਸ ਤਰ੍ਹਾਂ ਦੀ ਵਿਚਾਰ ਜਿਹੜੀ ਸੀ ਉਹ ਭਗਤ ਰਾਮਾਨੰਦ ਜੀ ਦੇ ਹਿਰਦੇ 'ਚ ਆਈ ਆ, ਉਹਨਾਂ ਨੇ ਫਿਰ ਇਹਨਾਂ ਦੇ ਪਿਤਾ ਜੀ ਨੂੰ ਕਹਿ ਤਾ ਕਿ ਅਸੀਂ ਹੈ ਨਾ ਤੁਹਾਡੇ ਬਾਲਕ ਦੇ ਦਰਸ਼ਨ ਕਰਨੇ ਆ। ਦੇਖੋ ਜਦ ਇਹ ਗੱਲ ਹੋਈ ਆ, ਪਰ ਉਹਨਾਂ ਟਾਈਮਾਂ ਦੇ ਵਿੱਚ ਖਾਸ ਕਰਕੇ ਹੈ ਨਾ ਜਾਤੀਵਾਦ ਦਾ ਜ਼ਿਆਦਾ ਉਹਨਾਂ ਟਾਈਮਾਂ 'ਚ ਰੌਲਾ ਸੀਗਾ, ਪਰ ਫਿਰ ਵੀ ਭਗਤ ਰਾਮਾਨੰਦ ਜੀ ਜਾਣੀ ਕਿਸੇ ਚੀਜ਼ ਦੀ ਪਰਵਾਹ ਨਾ ਕਰਦੇ ਹੋਏ ਅਤੇ ਬਾਬਾ ਰਾਮੂ ਜੀ ਅਤੇ ਇਹਨਾਂ ਦੇ ਮਾਤਾ ਤੁਰਵਿਨਿਆ ਜੀ ਉਹਨਾਂ ਦੇ ਘਰ ਪਹੁੰਚੇ। ਘਰ ਪਹੁੰਚ ਕੇ ਹੈ ਨਾ ਚਲੋ ਬਾਬਾ ਰਾਮਾਨੰਦ ਜੀ ਉਹਨਾਂ ਨੇ ਇਹਨਾਂ ਦੇ ਬੱਚੇ ਦੇ ਦਰਸ਼ਨ ਕੀਤੇ ਆ। ਦਰਸ਼ਨ ਕਰਦਿਆਂ ਦੇਖ ਕੇ ਹੈ ਨਾ ਬੜੇ ਨਿਹਾਲ ਹੋਏ, ਜਿਉਂ ਕਹਿ ਲਓ ਕਿ ਜਿਵੇਂ ਕੋਈ ਪਿਛਲੇ ਜਨਮ ਦਾ ਸੰਬੰਧ ਸੀਗਾ ਹੈ ਨਾ ਉਹ ਅੰਦਰ ਉਜਾਗਰ ਹੋ ਗਿਆ ਸੀਗਾ ਦੋਨਾਂ ਦੇ ਵਿੱਚ। ਸੋ ਇਹ ਜਿਹੜੀ ਹੈ ਨਾ ਗੱਲਬਾਤ ਸੀਗੀ ਜਦ ਆਪਸ ਵਿੱਚ ਬਾਬਾ ਰਵਿਦਾਸ ਜੀ ਜਦੋਂ ਬਿਲਕੁਲ ਉਸ ਦਿਨਾਂ ਦੇ ਵਿੱਚ 5 ਜਿਹੜੇ ਸੀਗੇ ਉਸ ਦਿਨ ਦੇ ਬੱਚੇ ਸੀਗੇ, ਅਤੇ ਇੱਧਰ ਭਗਤ ਰਾਮਾਨੰਦ ਜੀ ਜਦੋਂ ਆਪਸ ਵਿੱਚ ਮਿਲਾਪ ਹੋਇਆ ਸੀਗਾ ਨਾ, ਇਸ ਮਿਲਾਪ ਦੇ ਵਿੱਚ ਸਾਰੀ ਜਿਹੜੀ ਗੱਲ ਸੀਗੀ ਉਹ ਇਹਨਾਂ ਦੇ ਹਿਰਦੇ ਦੇ ਵਿੱਚ ਇਹ ਜਿਹੜੀ ਸੀਗੀ ਉਹ ਪ੍ਰਗਟ ਹੋਈ ਸੀ ਕਿ ਦੋਨਾਂ ਦਾ ਰੂਪ ਇੱਕ ਹੈਗਾ, ਦੋਨਾਂ ਦੇ ਵਿਚਾਰ ਇੱਕ ਹੈਗੇ ਆ, ਦੋਨੋਂ ਹੀ ਉਸ ਸੱਤ ਅਕਾਲ ਪੁਰਖ ਨਾਲ ਜੁੜੀਆਂ ਜਿਹੜੀਆਂ ਹਸਤੀਆਂ ਹੈਗੀਆਂ ਹੈ। ਸੋ ਇਹ ਜਿਹੜੇ ਹੈ ਨਾ ਗੁਰੂ ਚੇਲੇ ਦੀ ਸਾਂਝ ਸੀਗੀ ਇਹ ਆਪਸ ਵਿੱਚ ਇਹ ਜਨਮ ਤੋਂ ਹੀ ਪੱਕੀ ਹੋਈ ਸੀਗੀ। ਸੋ ਇਸ ਤਰ੍ਹਾਂ ਰਾਮਾਨੰਦ ਜੀ ਨੇ ਹੈ ਨਾ ਜਦੋਂ ਬਾਬਾ ਰਵਿਦਾਸ ਮਹਾਰਾਜ ਜਦੋਂ ਬਚਪਨ 'ਚ ਸੀਗੇ ਇਹਨਾਂ ਦੇ ਸੀਸ ਦੇ ਉੱਤੇ ਹੱਥ ਰੱਖ ਕੇ ਹੈ ਨਾ 4-5 ਵਾਰ ਜਿਹੜਾ ਹੈ ਨਾ ਰਾਮ ਜੀ ਰਾਮ ਜੀ ਰਾਮ ਰਾਮ ਆਖਿਆ ਸੀ। ਸੋ ਇਸ ਤਰ੍ਹਾਂ ਇਹਨਾਂ ਨੂੰ ਬਚਪਨ ਦੇ ਵਿੱਚ ਜਿਹੜੀ ਗੁਰੂ ਦੀਕਸ਼ਾ ਜਿਹੜੀ ਸੀ ਉਹ ਪ੍ਰਾਪਤ ਹੋਈ ਸੀ ਬਾਬਾ ਰਾਮਾਨੰਦ ਜੀ ਵੱਲੋਂ। ਉਸ ਤੋਂ ਬਾਅਦ ਫਿਰ ਦੇਖੋ ਜਿਹੜਾ ਸੀਗਾ ਇਹ ਬਾਲਕ ਜਦੋਂ ਵੱਡੇ ਹੋਏ ਆ ਬਾਬਾ ਰਵਿਦਾਸ ਜੀ, ਵੱਡੇ ਹੋਣ ਤੋਂ ਬਾਅਦ ਇਹਨਾਂ ਦਾ ਜਿਹੜਾ ਸੁਭਾਅ ਸੀਗਾ ਉਹ ਇਹ ਹੁੰਦਾ ਸੀਗਾ ਕਿ ਜ਼ਿਆਦਾ ਇਹ ਇਕੱਲ ਭਾਲਦੇ ਹੁੰਦੇ ਸੀ, ਇਕੱਲੇ ਰਹਿਣਾ, ਨਾ ਤਾਂ ਜ਼ਿਆਦਾ ਬੱਚਿਆਂ 'ਚ ਖੇਡਣਾ, ਨਾ ਜ਼ਿਆਦਾ ਬੱਚਿਆਂ ਦੇ ਵਿੱਚ ਜਾ ਕੇ ਇੱਕ ਦੂਸਰੇ ਨਾਲ ਮਖੌਲ ਕਰਨਾ। ਆਪਣੀ ਇਹਨਾਂ ਦੀ ਜ਼ਿੰਦਗੀ ਜਿਹੜੀ ਸੀ ਹੈ ਨਾ ਉਹ ਇੱਕ ਅਲੱਗ ਨਿਰਾਲੀ ਸੀਗੀ। ਇਸ ਨਿਰਾਲੀ ਜ਼ਿੰਦਗੀ ਦੇ ਵਿੱਚ ਇਹਨਾਂ ਦਾ ਜਿਹੜਾ ਮਨ ਸੀਗਾ ਨਾ ਹਮੇਸ਼ਾ ਉਹ ਰਾਮ ਰਾਮ ਜਾਂ ਵਾਹਿਗੁਰੂ ਵਾਹਿਗੁਰੂ ਜੀ ਦੇ ਸ਼ਬਦ ਦੇ ਵਿੱਚ ਜੁੜਿਆ ਰਹਿੰਦਾ ਸੀਗਾ। ਸੋ ਹਰ ਟਾਈਮ ਉਸ ਪਰਮਾਤਮਾ ਦਾ ਨਾਂ ਲੈਣਾ, ਹਰ ਹਰ ਜਪਣਾ, ਇਹ ਮਹਾਂਪੁਰਖਾਂ ਦੇ ਹਿਰਦੇ ਦੇ ਵਿੱਚ ਜਿਹੜੇ ਸੀਗੇ ਇਹ ਸ਼ੁਰੂ ਤੋਂ ਹੀ ਬਚਪਨ ਤੋਂ ਹੀ ਚੱਲ ਰਿਹਾ ਸੀਗਾ। ਇਸ ਤਰ੍ਹਾਂ ਕਰਦੇ ਕਰਦੇ ਹੈ ਨਾ ਜਿਹੜਾ ਸਮਾਂ ਜਿਹੜਾ ਸੀਗਾ ਗੁਜ਼ਰਿਆ ਹੈਗਾ, ਇਸ ਗੁਜ਼ਰੇ ਸਮੇਂ ਦੇ ਵਿੱਚ
ਬਾਬਾ ਰਵਿਦਾਸ ਜੀ ਜਿਹੜੇ ਸੀਗੇ ਜਾਂ ਥੋੜ੍ਹੇ ਜਿਹੇ ਜਵਾਨ ਹੋਏ ਆ, ਉਹਦੇ ਵਿੱਚ ਫਿਰ ਆਪਣੇ ਪਿਤਾ ਜੀ ਦਾ ਜਿਹੜਾ ਕਾਰੋਬਾਰੀ ਧੰਦਾ ਸੀਗਾ ਉਹਦੇ ਵਿੱਚ ਫਿਰ ਹੱਥ ਪਟਾਉਣ ਲੱਗੇ ਆ। ਇਸ ਕਾਰੋਬਾਰੀ ਧੰਦੇ ਦੇ ਵਿੱਚ ਨਾ ਬਾਬਾ ਜੀ ਨੇ ਜਿਹੜਾ ਸੀਗਾ ਇੱਕ ਕਾਰ ਜਿਹੜੀ ਸੀ ਹੋਰ ਕੀਤੀ, ਉਹ ਇਹ ਸੀ ਕਿ ਉਹ ਸੀਗਾ ਜੋੜੇ ਗੰਢਣ ਦਾ ਕੰਮ। ਇਹ ਜਿਹੜੇ ਜੋੜੇ ਗੰਢਣ ਦਾ ਕੰਮ ਸੀਗਾ ਉਹਨਾਂ ਟਾਈਮਾਂ ਦੇ ਵਿੱਚ ਇਸ ਨੂੰ ਬਾਬਾ ਰਵਿਦਾਸ ਜੀ ਨੇ ਆਪਣੇ ਹੱਥਾਂ ਦੇ ਵਿੱਚ ਲਿਆ ਸੀਗਾ। ਸੋ ਜੋੜੇ ਗੰਢਣ ਤੋਂ ਭਾਵ ਇਹ ਸੀਗਾ ਕਿ ਇਕੱਲੇ ਉਹ ਜੋੜੇ ਨਹੀਂ ਜਿਹੜੇ ਅਸੀਂ ਆਪਣੇ ਪੈਰਾਂ 'ਚ ਪਾਉਂਦੇ ਹਾਂ, ਭਾਵ ਕਿ ਉਹ ਟੁੱਟੀਆਂ ਹੋਈਆਂ ਰੂਹਾਂ ਜਿਹੜੀਆਂ ਪਰਮੇਸ਼ਰ ਦੇ ਨਾਲੋਂ, ਸੱਚ ਦੇ ਨਾਲੋਂ ਟੁੱਟੀਆਂ ਹੈ, ਅਸਲ ਦੇ ਵਿੱਚ ਉਹਨਾਂ ਨੂੰ ਗੰਢਣਾ ਹੈ। ਸੋ ਉਹ ਜਿਹੜੀਆਂ ਗੰਢੀਆਂ ਹੋਈਆਂ ਰੂਹਾਂ ਜਿਹੜੀਆਂ ਹਨ, ਜਦੋਂ ਪਰਮੇਸ਼ਰ ਨਾਲ ਗੰਢੀਆਂ ਜਾਂਦੀਆਂ ਫਿਰ ਐਸੀਆਂ ਮਜ਼ਬੂਤ ਹੋ ਜਾਂਦੀਆਂ, ਫਿਰ ਉਹਨਾਂ ਦੇ ਟੁੱਟਣ ਦਾ ਕੋਈ ਭੈ ਜਾਂ ਡਰ ਨਹੀਂ ਰਹਿੰਦਾ। ਭਾਵ ਕਿ ਇਨਸਾਨ ਜਦੋਂ ਸੱਚ ਨਾਲ ਜੁੜ ਜਾਂਦਾ ਹੈ ਨਾ, ਫਿਰ ਸੱਚ ਜੁੜਨ ਦੇ ਵਿੱਚ ਉਹਦੇ ਵਿੱਚ ਜਿਹੜੀ ਤਿਲਕਣਬਾਜ਼ੀ ਹੈ ਨਾ ਉਹ ਘੱਟ ਨਜ਼ਰ ਆਉਂਦੀ ਹੈ। ਸੋ ਇਹੋ ਹੀ ਜਿਹੜਾ ਹੈ ਨਾ ਬਾਬਾ ਜੀ ਦਾ ਆਦੇਸ਼ ਸੀਗਾ। ਇਸ ਜੋੜੇ ਗੰਢਣ ਦੀ ਸੇਵਾ ਦੇ ਵਿੱਚ ਖਾਸ ਕਰਕੇ ਜਿਹੜੇ ਦੁਨਿਆਵੀ ਲੋਕ ਸੀਗੇ, ਜਦ ਉਹ ਆਉਂਦੇ ਹੁੰਦੇ ਸੀਗੇ ਤੇ ਆਪ ਕਦੀ ਵੀ ਕਿਸੇ ਤੋਂ ਜੋੜਾ ਗੰਢਣ ਦਾ ਕਦੀ ਕੋਈ ਮਿਹਨਤ ਮਤਾਨਾ ਜਿਹੜਾ ਸੀ, ਕਦੀ ਧਨ ਦੌਲਤ ਜਾਂ ਪੈਸਾ ਨਹੀਂ ਸੀ ਮੰਗਦੇ ਹੁੰਦੇ। ਅਗਰ ਕੋਈ ਖੁਸ਼ੀ ਨਾਲ ਦੇ ਜਾਂਦਾ ਤਾਂ ਠੀਕ ਸੀਗਾ, ਅਗਰ ਕੋਈ ਨਹੀਂ ਦਿੰਦਾ ਸੀਗਾ ਨਾ ਤਾਂ ਵੀ ਆਪ ਉਸੇ ਤਰ੍ਹਾਂ ਜਿਹੜੀ ਸੀਗੀ ਇਹ ਜਗਤ ਸੇਵਾ ਕਰਦੇ ਰਹਿੰਦੇ ਸੀਗੇ। ਇਸ ਤਰ੍ਹਾਂ ਕਰਦਾ ਜਦ ਸਮਾਂ ਗੁਜ਼ਰਿਆ ਹੈ ਨਾ, ਇਹ ਸਮੇਂ ਗੁਜ਼ਰਨ ਦੇ ਵਿੱਚ ਫਿਰ ਬਾਬਾ ਜੀ ਦੀ ਜਿਹੜੀ ਸੀਗੀ ਉਹ ਉਹਨਾਂ ਟਾਈਮਾਂ ਦੇ ਵਿੱਚ ਸ਼ਾਦੀ ਹੋਈ ਆ। ਜਦ ਸ਼ਾਦੀ ਹੋਈ ਆ ਤੇ ਕੁਦਰਤੀ ਜਿਹੜੀ ਇਹਨਾਂ ਦੀ ਇਸਤਰੀ ਸੀ, ਘਰ ਵਾਲੀ ਸੀਗੀ ਹੈ ਨਾ, ਉਹ ਵੀ ਬਹੁਤ ਗੁਰਮੁਖ ਸੁਭਾਅ ਦੇ ਹੋਏ ਆ। ਸੋ ਦੋਨਾਂ ਨੇ ਮਿਲ ਕੇ ਹੈ ਨਾ ਇੱਕ ਐਸੇ ਚੁਰਾਹੇ ਦੇ ਉੱਤੇ ਜਿਹੜਾ ਸੀਗਾ ਆਪਣਾ ਜੋ ਵਪਾਰ ਦਾ ਅੱਡਾ ਬਣਾਇਆ ਸੀਗਾ, ਉਸ ਅੱਡੇ ਦੇ ਵਿੱਚ ਬਾਬਾ ਜੀ ਦਾ ਇਹ ਸੁਭਾਅ ਹੁੰਦਾ ਸੀਗਾ ਕਿ ਅਗਰ ਕੋਈ ਆਇਆ ਗਿਆ ਜਿਹੜਾ ਹੈਗਾ ਉਹਦੇ ਜੋੜੇ ਗੰਢਣੇ ਤਾਂ ਜਿਹੜਾ ਸੀਗਾ ਇੱਕ ਦੁਨਿਆਵੀ ਕਾਰਜ ਸੀਗਾ। ਅਸਲ ਦੇ ਵਿੱਚ ਕੀ ਸੀਗਾ ਕਿ ਬਾਬਾ ਰਵਿਦਾਸ ਜੀ ਕੋਈ ਵੀ ਜਿਹੜਾ ਮੁਸਾਫਰ ਆਉਂਦਾ ਹੁੰਦਾ ਸੀਗਾ, ਜੋੜੇ ਗੰਢਣ ਦੇ ਬਹਾਨੇ ਉਹਨਾਂ ਦੇ ਨਾਲ ਵਿਚਾਰ ਗੋਸ਼ਟੀ ਕਰਦੇ ਹੁੰਦੇ ਸੀਗੇ। ਜਦ ਇਸ ਤਰ੍ਹਾਂ ਦੀਆਂ ਵਿਚਾਰ ਗੋਸ਼ਟੀਆਂ ਜਿਹੜੀਆਂ ਹੈ ਨਾ ਕਰਨੀਆਂ ਸ਼ੁਰੂ ਕੀਤੀਆਂ ਕਿ ਉਹਨਾਂ ਟਾਈਮਾਂ ਦੇ ਵਿੱਚ ਫਿਰ ਜਿਹੜੇ ਸੀਗੇ ਜੋ ਸਾਧ ਵੀ ਆਉਂਦਾ ਸੀ, ਪੰਡਤ ਵੀ ਆਉਂਦਾ ਸੀਗਾ, ਤੋ ਬਾਬਾ ਰਵਿਦਾਸ ਜੀ ਦੀ ਵਿਚਾਰ ਗੋਸ਼ਟੀ ਸੁਣ ਕੇ ਹੈ ਨਾ ਬੜਾ ਨਿਹਾਲ ਹੁੰਦਾ ਸੀਗਾ। ਸੋ ਇਹ ਜਿਹੜੀਆਂ ਵਿਚਾਰ ਗੋਸ਼ਟੀਆਂ ਧਰਮ ਦੇ ਪ੍ਰਤੀ ਬਾਬਾ ਰਵਿਦਾਸ ਜੀ ਜਿਹੜੇ ਸੁਣਾਉਂਦੇ ਹੁੰਦੇ ਸੀ ਉਹਨਾਂ ਟਾਈਮਾਂ ਦੇ ਵਿੱਚ, ਅਤੇ ਜਿੰਨੇ ਵੀ ਉਹਨਾਂ ਟਾਈਮਾਂ 'ਚ ਲੋਕ ਆਉਂਦੇ ਸੀਗੇ ਜਿਹੜੇ ਜੋੜੇ ਗੰਢਣ ਦੇ ਬਹਾਨੇ ਆਉਂਦੇ ਸੀਗੇ, ਉਹ ਇਹਨਾਂ ਦੀਆਂ ਇਹ ਵਿਚਾਰ ਧਰਮ ਦੀਆਂ ਗੋਸ਼ਟੀਆਂ ਗੱਲਾਂ ਤੋਂ ਇੰਨੇ ਪ੍ਰਭਾਵਿਤ ਹੁੰਦੇ ਸੀ ਹੈ ਨਾ, ਇਹ ਸਮਝ ਲਓ ਇੱਥੇ ਹੀ ਜਿਹੜੇ ਉਹ ਜੰਮ ਜਾਂਦੇ ਹੁੰਦੇ ਸੀ। ਸੋ ਇਹਨਾਂ ਵਿਚਾਰ ਗੋਸ਼ਟੀਆਂ ਅਧੀਨ ਜਦ ਇਹਨਾਂ ਦੀ ਜਿਹੜੀ ਉਹ ਪ੍ਰਸਿੱਧੀ ਹੈ ਨਾ ਫਿਰ ਦੂਰ ਦੂਰ ਤੱਕ ਹੋਣ ਲੱਗੀ, ਫਿਰ ਬਹੁਤ ਵੱਡੇ ਜਿਹੜੇ ਸਾਧੂ ਜਿਹੜੇ ਸੀਗੇ ਉਹ ਵੀ ਇਹਨਾਂ ਦੀਆਂ ਵਿਚਾਰ ਗੋਸ਼ਟੀਆਂ ਸੁਣਨ ਜਿਹੜੇ ਉਹ ਆਉਣ ਲੱਗੇ। ਸੋ ਸਾਧੂਆਂ ਦੀ ਸੰਗਤ ਅਤੇ ਉਹਨਾਂ ਨੂੰ ਜੋੜੇ ਬਣਾ ਕੇ ਦੇਣੇ, ਇਹ ਜਿਹੜੀ ਇੱਕ ਧਰਮ ਦੀ ਕਿਰਿਆ ਸੀ, ਇਹ ਵੀ ਬਾਬਾ ਜੀ ਨੇ ਸ਼ੁਰੂ ਕਰ ਦਿੱਤੀ ਸੀ। ਪਰ ਇਹਦੇ ਵਿੱਚ ਇਹ ਸੀਗਾ ਕਿ ਆਪ ਤਾਂ ਮਾਇਆ ਦੇ ਪ੍ਰਤੀ ਜਿਹੜਾ ਸੀਗਾ ਇੱਕ ਤਿਲ ਮਾਤਰ ਮੋਹ ਨਹੀਂ ਸੀਗਾ। ਅਗਰ ਕੋਈ ਮਾਇਆ ਦੇ ਜਾਂਦਾ ਸੀਗਾ ਤਾਂ ਠੀਕ ਆ, ਮਿਹਨਤ ਮਤਾਨਾ, ਅਗਰ ਕੋਈ ਨਹੀਂ ਸੀ ਦਿੰਦਾ ਨਾ ਤਾਂ ਵੀ ਆਪ ਉਸੇ ਤਰ੍ਹਾਂ ਪ੍ਰਸੰਨ ਰਹਿੰਦੇ ਸੀਗੇ। ਆਪ ਜਿਸ ਤਰ੍ਹਾਂ ਦੀ ਵੀ ਰੁੱਖੀ ਮਿੱਸੀ ਘਰ ਦੇ ਵਿੱਚ ਬਣਨੀ, ਬਸ ਉਹ ਖਾ ਕੇ ਆਪ ਪ੍ਰਸੰਨ ਰਹਿੰਦੇ। ਪਰ ਅਗਰ ਕੋਈ ਸਾਧੂ ਦੂਰੋਂ ਆ ਗਿਆ ਆਪ ਜੀ ਦੇ ਪਾਸ ਰਾਤ ਗੁਜ਼ਾਰਦੇ ਤਾਂ ਆਪ ਉਹਦੀ ਹੈ ਨਾ ਪੂਰੀ ਸੇਵਾ ਕਰਦੇ। ਇਸ ਤਰ੍ਹਾਂ ਹੈ ਨਾ ਇਹ ਸਮਾਂ ਜਿਹੜਾ ਸੀ ਉਹ ਲੰਘਦਾ ਗਿਆ। ਇੱਕ ਵਾਰ ਕੀ ਹੋਇਆ ਕਿ ਸਮਾਂ ਉਹ ਆਇਆ ਜਦੋਂ ਗੰਗਾ ਦੇ ਕਿਨਾਰੇ ਹੈ ਨਾ ਭੀਤ ਨਛੱਤਰ ਦਾ ਜਿਹੜਾ ਸੀਗਾ ਇਸ਼ਨਾਨ ਪੁਰਬ ਲੱਗਣਾ ਸੀਗਾ। ਉਸ ਟਾਈਮਾਂ ਦੇ ਵਿੱਚ ਭਾਰਤ ਵਰਸ਼ ਤੋਂ ਹੈ ਨਾ ਦੂਰੋਂ ਜਿਹੜੇ ਪੰਡਿਤ ਸੀਗੇ ਜਾਂ ਹੋਰ ਕਈ ਸਾਧੂ ਜਿਹੜੇ ਸੀਗੇ, ਉਹਨਾਂ ਦੇ ਜਿੰਨੇ ਵੀ ਜਥੇ ਸੀਗੇ ਉਹ ਸਾਰੇ ਮੰਡਲੀਆਂ ਜਿਹੜੀਆਂ ਸੀਗੀਆਂ ਇਸ ਗੰਗਾ ਘਾਟ 'ਤੇ ਆਉਣੀਆਂ ਸ਼ੁਰੂ ਹੀ ਹੋਈਆਂ। ਸੋ ਉਹਨਾਂ ਦੇ ਵਿੱਚ ਇੱਕ ਮੰਡਲੀ ਜਿਹੜੀ ਸੀਗੀ ਉਹ ਆਪ ਜੀ ਦੇ ਪਾਸ ਜੋੜਾ ਗਠਾਉਣ ਆਈ। ਜਦ ਜੋੜਾ ਗਠਾਇਆ ਅਤੇ ਇਸ ਜੋੜੇ ਗਠਾਉਣ ਦੇ ਵਿੱਚ ਆਪ ਨੇ ਨਾ ਉਹਨਾਂ ਦੇ ਪ੍ਰਤੀ ਜਿਹੜੀ ਸੀ ਬਹੁਤ ਸਾਰੀਆਂ ਵਿਚਾਰਾਂ ਜਿਹੜੀਆਂ ਸੀ ਗੁਰਮਤਿ ਦੀਆਂ ਸਾਂਝੀਆਂ ਕੀਤੀਆਂ। ਇਹਨਾਂ ਵਿਚਾਰਾਂ ਤੋਂ ਕਰਨ ਤੋਂ ਬਾਅਦ ਜਦੋਂ ਉਹ ਜਿਹੜੀ ਪੰਡਤਾਂ ਦੀ ਮੰਡਲੀ ਸੀਗੀ ਹੈ ਨਾ ਜਦੋਂ ਗੰਗਾ ਘਾਟ 'ਤੇ ਜਾਣ ਲੱਗੀ, ਅਤੇ ਫਿਰ ਉਸ ਟਾਈਮ ਜੋ ਇਹ ਜਿਹੜਾ ਜੋੜ ਮੇਲਾ ਲੱਗਦਾ ਸੀਗਾ, ਇਸ ਜੋੜ ਮੇਲੇ ਦੇ ਪ੍ਰਤੀ ਜੋ ਜਿਹੜੀ ਵੱਡੀ ਗੱਲ ਸੀਗੀ ਉਹ ਸੀਗੀ ਇਸ਼ਨਾਨ ਦਾ ਮਹੱਤਵ। ਸੋ ਜਿਹੜਾ ਇਸ਼ਨਾਨ ਦਾ ਮਹੱਤਵ ਕੀ ਹੁੰਦਾ ਹੈਗਾ, ਇਸ ਮਹੱਤਵ ਨੂੰ ਦਰਸਾਉਣ ਵਾਸਤੇ ਹੈ ਨਾ ਆਪ ਜੀ ਨੇ ਆਪਣੀ ਜੇਬ ਦੇ ਵਿੱਚੋਂ ਆਪਣਾ ਜਿਹੜਾ ਮੈਤਾਨਾ ਸੀਗਾ, ਜਿਹਨੂੰ ਅਸੀਂ ਉਹਨਾਂ ਟਾਈਮਾਂ 'ਚ ਕਸੀਰਾ ਆਖਦੇ ਹਾਂ, ਭਾਵ ਕਿ ਇੱਕ ਪੈਸਾ ਇੱਕ ਟਕਾ, ਇਹ ਜਿਹੜਾ ਬਾਬਾ ਰਵਿਦਾਸ ਸੀ ਹੈ ਨਾ ਉਹਨਾਂ ਟਾਈਮਾਂ 'ਚ ਉਹਨਾਂ ਨੇ ਉਹ ਜਿਹੜੀ ਪੰਡਤਾਂ ਦੀ ਮੰਡਲੀ ਸੀ, ਉਹ ਮੰਡਲੀ ਦਾ ਜਿਹੜਾ ਮੁਖੀ ਸੀਗੇ ਨਾ ਉਹਦੇ ਹੱਥ 'ਚ ਦਿੱਤੀ ਅਤੇ ਉਹਨੂੰ ਇਹ ਆਖਿਆ ਕਿ ਤੁਸੀਂ ਜਾ ਕੇ ਹੈ ਨਾ ਗੰਗਾ ਦੇ ਵਿੱਚ ਜਦੋਂ ਇਹ ਜਿਹੜਾ ਕਸੀਰਾ ਮੇਰਾ ਪੈਸਾ ਜਦ ਗੰਗਾ ਦੇ ਵਿੱਚ ਭੇਟਾ ਕਰਨਾ ਹੈਗਾ, ਉਸ ਟਾਈਮ ਤੁਸੀਂ ਆਵਾਜ਼ ਦੇ ਕੇ ਕਰਨਾ ਹੈਗਾ ਕਿ ਇਹ ਜਿਹੜਾ ਪੈਸਾ ਹੈ ਨਾ ਇਹ ਭਗਤ ਰਵਿਦਾਸ ਮਹਾਰਾਜ ਜੀ ਨੇ ਜਿਹੜੇ ਆਪ ਦੇ ਵਾਸਤੇ ਭੇਟਾ ਲਈ ਭੇਜਿਆ ਹੈਗਾ।
देखो उस पंडित जिहड़ा बड़ा सियाणा सीगा उन्हें महिमा तो पहलां सुनी सीगी, पर जदों गंगा घाट ते गया सारे ही अपने हिसाब के अनुसार जिहड़े सीगे कोई पैसा धेला जिहड़ा सी गंगा नूं भेटा कर रहा सीगा। पर आपने जदों वो पंडित ने कसीरा कढ़िया, कढ़ के जदों गंगा नूं भेटा करन लगा मन दे विच जानी ये कहा कि ये जिहड़ा पैसा हैगा भगत रविदास महाराज जी ने जिहड़ा हैगा वो आप दे पासे भेजिया हैगा। जो ही कसीरा उन्हें गंगा दे विच कढ़िया है ना, उस टाइम जिहड़ा सी एक बड़ा अजीब जानी कौतक ऐसा होया जिन्हों गंगा घाट दे विच लखां इशनान करन वालियां ने देखिया। वो की सीगा कि चलदी गंगा दे विचों एक बड़ा सुंदर जिहड़ा सी हत्थ उपर नूं निकलिया। सो उस हत्थ ने वो जिहड़ा कसीरा सीगा वो अपने हत्थ दे विच फड़ लिया। जद अपने हत्थ 'च फड़ लिया सब नूं इस तरह प्रतीत होया भी जिवें कोई गंगा मैया जिहड़ी हैगी आ उन्हें भगत रविदास दा जिहड़ा कसीरा पैसा हैगा वो स्वीकार कर लिया। पर उस नदी दे विचों जद ये हत्थ प्रगट होया सीगा है ना, इहनूं देख के जिन्ने भी सारे पंडित सीगे सब दंग रह गए सी, हैरान हो गए सीगे कि असीं तां वैसे ही गंगा दे विच जिहड़े पैसे वो सिੱਟਦੇ आ रहे हैं, पर कमाल है कि ये जिहड़ा पैसा ये बाबा रविदास जी ने सानू दिता हैगा गंगा 'च भेटा करन वास्ते, उसनूं किवें वो गंगा मैया ने जिहड़ा सीगा अपने हत्थ दे विच फड़ लिया सीगा। इस नूं देख के है ना वो पंडित जिहड़े सीगे मन विच बड़े दंग हैरान रह गए सी, क्योंकि ऐसा जिहड़ा कौतक सीगा वो उस गंगा घाट ते कदी नहीं सी होया। पर इस तो बाद वो जिहड़ा हत्थ सीगा वो गंगा दे विच गया हैगा। उस हत्थ ने फिर गंगा दे विचों कंगण कढ़िया, पर जिस पंडित ने जिहड़ा वो कसीरा जिन्हों बाबा रविदास ने दिता सी, जिन्हें गंगा दी भेटा कीता सी कहण दे उत्ते, वो हत्थ ने है ना गंगा दे विचों कंगण कढ़ के उस पंडित नूं आवाज़ मारी भी आ जिहड़ा कंगण वा ना तुसीं जाके बाबा रविदास जी नूं दे देना है। देखो वो पंडित ने फिर झुक के जिहड़ा सीगा वो हत्थ अगे कीता, तो उस हत्थ ने लंबा हो के वो जिहड़ा कंगण सीगा वो कंगण उस पंडित के हत्थ 'च दे दिता। जद पंडित के हत्थ 'च कंगण दिता बस फिर की सी, सब हैरान लग गए। पर जदों वो पंडित जिहड़ा कंगण लैके वापस जद आ रहा सीगा ते वो कंगण नूं देख रहा सी, पर इदां दा सुंदर ते दुर्लभ कंगण उन्हें जिंदगी 'च कदी नहीं देखिया। सो वो कंगण देख के ना ज्यों ज्यों रस्ते 'ਚ तुरिया जांदा हैगा ਉਹਦੀ ਜਿਹੜੀ ਨੀयत सी ਉਹਦੇ ਵਿੱਚ बदलाव होना शुरू हो गया सीगा। जद बदलाव होना शुरू हो गया हौली हौली जदों पंडित घर पहुँचिया उन्हें जिहड़ा ये कंगण सीगा ये जाके सोचा भी क्यों ना होवे कंगण मैं जानी बाबा रविदास जी नूं देण दी वजह दे नाल है ना ये जिहड़ा कंगण हैगा ये उस टाइम दा जिहड़ा हाकम हैगा ਉਹਨੂੰ भेट कर दें। जद ये गल हुई तो फिर देखो वो जिहड़ा पंडित सीगा वो कंगण लैके उस हाकम दे कोल चले गया। जद हाकम दे कोल पहुंचा उस हाकम ने जद कंगण देखा तो बड़ा हैरान हो भी इहो जिहा शाही कंगण तो जिहड़ा हैगा किते इन्ना दुर्लभ है दे मुकाबले च मेरे राज दे जिन्ने भी होर गहणे आ सारे तुछ मलूम होंदे आ। सो उस हाकम ने यह कंगण जिहड़ा सीगा अपनी जिहड़ी राणी नूं जद दिखालिया। जद वो राणी ने कंगण देखा वो इन्नी परेशान हुई तो राजे नूं कहण लगी कि एक कंगण मेरे हत्थ 'च शोभा नहीं दिंदा हैगा ते मैनूं इहदा नाल दा दूसरा भी कंगण चाहीदा हैगा। जद ये गल हुई तो फिर राजे ने उस पंडित नूं बुला लिया कि ये जिहड़ा कंगण तूं जिथों लिआंदा हैगा इदां दा एक दूसरा कंगण भी मैनूं लिया के दे तां जो जिहड़ा सीगा मेरी राणी आ वो पूरी तरह प्रसन्न हो जाए। जद इन्नी गल हुई पंडित थर थर कंबण लग पिया, पर क्योंकि उन्होंने पता सीगा कि ये जिहड़ा कंगण हैगा ये गंगा दे विचों उस हत्थ ने प्रगट करके जिहड़ा सीगा मैनूं दिता हैगा ते ये कंगण उस गंगा मैया की जिहड़ी आवाज़ सीगी है ना उन्हें ये गल कही सी ये कंगण जाके तुसीं भगत रविदास जी नूं भेटा करना मेरी तरफ। पर हुण पंडित जिहड़ा सीगा इत्थे फस गया सीगा कि लोभ दे विच उन्हें ये कंगण जिहड़ा सीगा ये राजे नूं दे दित्ता सीगा ते राजे दी जिह राणी ने पाया सीगा उन्हें फिर एक कंगण दे बदले दूसरा कंगण मंग लिया सीगा। पर क्योंकि ये तो दिव्य कंगण सीगा ये तो इस लोक का कंगण ही नहीं सीगा, ये तो देवलोक का कंगण सीगा जो भेटा किया गया सीगा। फिर पंडित बुरी तरह जिहड़ा सीगा वो डर गया, पर हुण करे तो की ना करे। अखीर मन दे विच सोच के वो पंडित अपने परिवार समेत दोबारा फिर भगत रविदास महाराज दे कोल गया। जद गया हैगा तो उत्थे जाके बाबा रविदास जी दे अगे अरदास कीती कि मैं बहुत बड़ी गलती कर लई है। फिर बाबा जी ने आख्या सीगा कि पंडित जी कीता की आ। फिर वो पंडित ने सारी जी घटना हुई सी है ना इस इशनान पुरब के उपर वो सारी जी बाबा रविदास जी ने दसी। तो बाबा जी कहन लगे कहते भाई भी मैनू तो इस गल का कोई पता नहीं। वो कहते ये गल जी सी ये पूरे कुल जहान दे विच पता लगी है कि जदों मैं तुहाडा कंगण जिहड़ा सीगा मैनू उस देवी ने दिता सीगा, जदों मैं कसीरा जिहड़ा सिੱਟਿਆ सीगा तो उहदे विचों एक हत्थ प्रगट होया सीगा उन्हें लिया सी।
ਫਿਰ ਉਸੇ ਹੱਥ ਨੇ ਜਿਹੜਾ ਸੀਗਾ ਇਹ ਕੰਗਣ ਮੈਨੂੰ ਦਿੱਤਾ ਸੀਗਾ ਤੇ ਕਿਹਾ ਸੀਗਾ ਕਿ ਇਹ ਜਾ ਕੇ ਨਾ ਬਾਬਾ ਰਵਿਦਾਸ ਜੀ ਨੂੰ ਦੇ ਦੇਣਾ ਹੈਗਾ, ਇਹ ਸਾਡੇ ਵੱਲੋਂ ਭੇਟਾ ਹੈਗੀ ਹੈ। ਪਰ ਕਹਿੰਦੇ ਮੈਂ ਲੋਭ ਵਸ 'ਚ ਆ ਕੇ ਕਿ ਇਹ ਕੰਗਣ ਰਾਜੇ ਨੂੰ ਦੇ ਦਿੱਤਾ, ਪਰ ਹੁਣ ਰਾਜੇ ਦੀ ਰਾਣੀ ਨੇ ਕਿਹਾ ਕਿ ਦੂਸਰਾ ਕੰਗਣ ਚਾਹੀਦਾ ਹੈਗਾ। ਜੇ ਮੈਂ ਦੂਸਰਾ ਕੰਗਣ ਪੇਸ਼ ਨਹੀਂ ਕਰਦਾ ਤਾਂ ਫਿਰ ਜਿਹੜਾ ਹੈਗਾ ਉਹ ਰਾਜਾ ਮੇਰੇ ਉੱਤੇ ਇੰਨਾ ਕਰੋਪਾ ਹੋ ਜਾਊਗਾ ਅਤੇ ਮੇਰਾ ਜਿਹੜਾ ਹੈਗਾ ਇਸ ਸੰਸਾਰ ਦੇ ਵਿੱਚ ਜੀਣਾ ਬੜਾ ਮੁਸ਼ਕਿਲ ਹੋ ਜਾਊਗਾ, ਮੇਰੇ ਅਤੇ ਮੇਰੇ ਪਰਿਵਾਰ ਦੇ ਉੱਤੇ ਬੜੀ ਭਾਰੀ ਮੁਸ਼ਕਿਲ ਹੋ ਜਾਊਗੀ। ਜਦੋਂ ਇਸ ਤਰ੍ਹਾਂ ਦੀਆਂ ਵਿਚਾਰਾਂ ਉਸ ਪੰਡਿਤ ਨੇ ਬਾਬਾ ਰਵਿਦਾਸ ਜੀ ਦੇ ਮਹਾਰਾਜ ਚਰਨਾਂ 'ਚ ਰੋ ਰੋ ਕੇ ਕੀਤੀਆਂ। ਫਿਰ ਬਾਬਾ ਜੀ ਦੇਖੋ, ਜਿਨ੍ਹਾਂ ਨੇ ਮਾਇਆ ਦੇ ਉੱਤੇ ਆਪਣਾ ਪੂਰਾ ਕਾਬੂ ਪਾਇਆ ਹੁੰਦਾ ਸੀ, ਜਿਹੜੇ ਮਾਇਆ ਤੋਂ ਬੇਪਰਵਾਹ ਸੀ, ਉਹਨਾਂ ਨੇ ਫਿਰ ਪੰਡਿਤ ਨੂੰ ਆਖਿਆ ਕਿ ਠੀਕ ਆ, ਅਗਰ ਤੂੰ ਆਪਣੀ ਗਲਤੀ ਦਾ ਪਛਤਾਵਾ ਕਰਦਾ ਹੈ ਨਾ ਅਤੇ ਭੁੱਲਿਆ ਹੋਇਆ ਜੇ ਅਗਰ ਭੁੱਲ ਕੇ ਘਰ ਆ ਜਾਵੇ ਤਾਂ ਸਾਡੇ ਵੱਲੋਂ ਉਹਨੂੰ ਬਖਸ਼ਣ 'ਚ ਢੇਰ ਨਹੀਂ। ਦੇਖੋ ਉਸ ਟਾਈਮ ਨਾ ਬਾਬਾ ਰਵਿਦਾਸ ਮਹਾਰਾਜ ਜੀ ਜਿਹੜੇ ਸੀਗੇ ਉਹ ਬੈਠੇ ਸੀਗੇ ਅਤੇ ਉਸ ਟਾਈਮ ਵੀ ਜਿਹੜਾ ਸੀਗਾ ਆਪਣੇ ਜੋੜਿਆਂ ਦਾ ਕੰਮ ਕਰਦੇ ਹੁੰਦੇ ਸੀ। ਤਾਂ ਬਾਬਾ ਜੀ ਨੇ ਫਿਰ ਉਸ ਨੂੰ ਆਖਿਆ, ਕਹਿੰਦੇ ਇਸ ਤਰ੍ਹਾਂ ਕਰ, ਆਹ ਜਿਹੜੀ ਪੱਥਰੀ ਆ ਨਾ ਜਿਹਦੇ ਉੱਤੇ ਮੈਂ ਜੋੜੇ ਗੰਢਦਾ ਹੈਗਾ, ਪੱਥਰੀ ਨੂੰ ਇੱਕ ਪਾਸੇ ਕਰ। ਦੇਖੋ ਜਦੋਂ ਜੋ ਹੀ ਪੰਡਿਤ ਨੇ ਉਸ ਪੱਥਰੀ ਨੂੰ ਅੱਗੇ ਇੱਕ ਪਾਸੇ ਕੀਤਾ, ਜਦ ਕੀ ਦੇਖਿਆ ਕਿ ਉਹੋ ਹੀ ਗੰਗਾ ਜਿਹਦੇ 'ਤੇ ਇਸ਼ਨਾਨ ਕਰਨ ਗਿਆ ਸੀ, ਉਹੀ ਗੰਗਾ ਪੱਥਰੀ ਦੇ ਥੱਲੇ ਜਿਹੜੀ ਸੀ ਉਹ ਵਗਦੀ ਉਸ ਪੰਡਿਤ ਨੂੰ ਨਜ਼ਰ ਆਈ ਆ। ਅਤੇ ਜਿਸ ਨੂੰ ਦੇਖ ਕੇ ਪੰਡਿਤ ਜਿਹੜਾ ਸੀ ਹੱਕਾ ਬੱਕਾ ਰਹਿ ਗਿਆ ਸੀ। ਫਿਰ ਬਾਬਾ ਜੀ ਨੇ ਆਖਿਆ ਸੀਗਾ ਕਿ ਕਹਿੰਦੇ ਵੀ ਭਾਈ ਇਸ ਗੰਗਾ ਦੇ ਵਿੱਚ ਦੇਖ ਜਰਾ ਧਿਆਨ ਦੇ ਨਾਲ ਕਿੰਨੇ ਕੰਗਣ ਹੈਗੇ ਆ, ਅਤੇ ਜਿਹੜਾ ਤੈਨੂੰ ਕੰਗਣ ਚੰਗਾ ਲੱਗਦਾ ਤੂੰ ਇਹਦੇ ਵਿੱਚੋਂ ਕੱਢ ਲਾ। ਜਦ ਉਹ ਪੱਥਰੀ ਨੂੰ ਉਸ ਪੰਡਿਤ ਨੇ ਦੇਖਿਆ ਅਤੇ ਕੀ ਦੇਖਿਆ ਕਿ ਉਹ ਜਿਹੜਾ ਗੰਗਾ ਦਾ ਪਾਣੀ ਪੱਥਰੀ ਦੇ ਥੱਲੇ ਵਗਦਾ ਸੀਗਾ ਨਾ, ਬਸ ਉਹਦੇ ਵਿੱਚ ਕੰਗਣਾਂ ਦੀਆਂ ਛੱਲਾਂ ਜਿਹੜੀਆਂ ਤੁਰੀਆਂ ਫਿਰਦੀਆਂ ਸੀਗਾ। ਜਦੋਂ ਇੱਕ ਛੱਲ ਆਉਂਦੀ ਸੀ, ਛੱਲ ਦੇ ਨਾਲ ਕੰਗਣ ਹੀ ਕੰਗਣ ਜਿਹੜੇ ਸੀਗੇ ਉਹ ਗੰਗਾ 'ਚ ਡਿੱਗਦੇ ਸੀਗੇ। ਜਦੋਂ ਇਹ ਆਸ਼ਚਰਜ ਕੌਤਕ ਜਿਹੜਾ ਸੀਗਾ ਬਾਬਾ ਰਵਿਦਾਸ ਜੀ ਨੇ ਉਸ ਟਾਈਮ ਉਸ ਪੰਡਿਤ ਨੂੰ ਦਿਖਾਲਿਆ ਸੀਗਾ ਨਾ, ਉਹ ਫਿਰ ਪੰਡਿਤ ਜਿਹੜਾ ਸੀਗਾ ਉਹ ਬਾਬਾ ਜੀ ਦੇ ਚਰਨਾਂ 'ਚ ਢਹਿ ਢੇਰੀ ਹੋ ਗਿਆ ਸੀਗਾ ਕਿ ਮੈਂ ਇੱਕ ਕੰਗਣ ਬਦਲੇ ਜਿਹੜਾ ਸੀਗਾ ਉਹ ਬਾਬਾ ਜੀ ਨਾਲ ਐਡਾ ਵੱਡਾ ਫਰੇਬ ਛਾਲ ਕੀਤਾ ਸੀਗਾ ਅਤੇ ਇਹ ਕੰਗਣ ਜਿਹੜਾ ਸੀਗਾ ਉਹ ਰਾਜੇ ਨੂੰ ਭੇਟ ਕਰ ਦਿੱਤਾ। ਪਰ ਬਾਬਾ ਰਵਿਦਾਸ ਜੀ ਦੇ ਇਸ ਦੇ ਚਰਨਾਂ ਦੇ ਵਿੱਚ ਇਹੋ ਜਿਹੀਆਂ ਲੱਖਾਂ ਗੰਗਾ ਚੱਲਦੀਆਂ ਅਤੇ ਲੱਖਾਂ ਹੀ ਕੰਗਣ ਜਿਹੜੇ ਹੈਗੇ ਆ ਉਹਨਾਂ ਦੇ ਪੈਰਾਂ ਦੇ ਥੱਲੇ ਰੋਲੇ ਫਿਰਦੇ ਆ। ਸੋ ਉਹਦੇ ਵਿੱਚੋਂ ਫਿਰ ਜਿਹੜਾ ਇੱਕ ਕੰਗਣ ਸੀਗਾ ਜਦੋਂ ਉਹ ਕੱਢ ਕੇ ਬਾਬਾ ਜੀ ਨੇ ਆਪ ਹੀ ਉਸ ਪੰਡਿਤ ਦੇ ਹੱਥ 'ਚ ਰੱਖ ਦਿੱਤਾ ਕਿ ਜਾ ਕੇ ਤੂੰ ਰਾਜੇ ਨੂੰ ਦੇ ਆ। ਪਰ ਪੰਡਿਤ ਜਿਹੜਾ ਸੀਗਾ ਫਿਰ ਉਹਨੇ ਜਾ ਕੇ ਜਦ ਇਹ ਕੰਗਣ ਲਿਜਾ ਕੇ ਰਾਜੇ ਦੇ ਭੇਟ ਕੀਤਾ, ਪਰ ਨਾਲ ਫਿਰ ਰਾਜੇ ਨੂੰ ਜਿਹੜੀ ਸੀ ਉਹਨਾਂ ਟਾਈਮ 'ਚ ਸਾਰੀ ਅਸਲੀਅਤ ਵੀ ਦੱਸ ਦਿੱਤੀ ਸੀ ਕਿ ਇਹ ਕੰਗਣ ਮੇਰਾ ਨਹੀਂ, ਇਹ ਇਸ ਤਰ੍ਹਾਂ ਘਟਨਾ ਹੋਈ ਸੀ ਅਤੇ ਇਹ ਕੰਗਣ ਇਸ ਤਰ੍ਹਾਂ ਜਿਹੜਾ ਸੀਗਾ ਉਹ ਪ੍ਰਗਟ ਹੋਇਆ ਸੀਗਾ ਉਸ ਗੰਗਾ ਪੁਰਬ ਦੇ ਵਿੱਚ ਜਦੋਂ ਅਸੀਂ ਇਸ਼ਨਾਨ ਕਰਨ ਗਏ ਸੀ। ਦੇਖੋ ਜਦ ਇਹ ਜਿਹੜੀ ਆਸ਼ਚਰਜ ਘਟਨਾ ਉਸ ਟਾਈਮ ਦੇ ਹਾਕਮ ਨੇ ਵੀ ਸੁਣੀ ਸੀ ਹੈ ਨਾ, ਉਹ ਹਾਕਮ ਵੀ ਜੀ ਫਿਰ ਬਾਬਾ ਰਵਿਦਾਸ ਮਹਾਰਾਜ ਜੀ ਦਾ ਜਿਹੜਾ ਸੀਗਾ ਉਹ ਸ਼ਰਧਾਲੂ ਬਣ ਗਿਆ ਸੀਗਾ। ਉਹਦੇ ਮਨ 'ਚ ਆਈ ਸੀ ਕਿ ਇਹੋ ਜਿਹੜੇ ਮਹਾਂਪੁਰਖ ਆ ਹੈ ਨਾ, ਉਹਨਾਂ ਦੇ ਮੈਨੂੰ ਦਰਸ਼ਨ ਜ਼ਰੂਰ ਕਰਨੇ ਚਾਹੀਦੇ ਆ। ਅਤੇ ਫਿਰ ਉਹ ਰਾਜਾ ਜਿਹੜਾ ਸੀਗਾ ਫਿਰ ਪੂਰਾ ਆਪਣਾ ਰਾਜ ਭਾਗ ਆਪਣਾ ਸਾਰਾ ਪਰਿਵਾਰ ਰਾਣੀਆਂ ਨੂੰ ਲੈ ਕੇ ਹੈ ਨਾ ਫਿਰ ਬਾਬਾ ਰਵਿਦਾਸ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਜਿਹੜੇ ਖਾਸ ਤੌਰ 'ਤੇ ਉਹਨਾਂ ਟਾਈਮਾਂ ਦੇ ਵਿੱਚ ਬਨਾਰਸ ਕਾਸ਼ੀ ਪਹੁੰਚਿਆ ਸੀਗਾ। ਇੱਥੇ ਆ ਕੇ ਹੈ ਨਾ ਫਿਰ ਉਹਨੇ ਆ ਕੇ ਬਾਬਾ ਜੀ ਦੇ ਚਰਨਾਂ ਦੇ ਵਿੱਚ ਮੱਥਾ ਟੇਕਿਆ ਸੀਗਾ ਅਤੇ ਆਪਣਾ ਲੋਕ ਅਤੇ ਪਰਲੋਕ ਦੋਨੇ ਸਹੇਲੇ ਕੀਤੇ ਸੀਗੇ। ਸੋ ਦਾਸ ਇਸੇ ਹੀ ਨਾ ਇੱਕ ਛੋਟੀ ਜਿਹੀ ਘਟਨਾ ਦੇ ਨਾਲ ਆਪ ਜੀ ਤੋਂ ਜਿਹੜੇ ਖਿਮਾ ਦਾ ਜਾਚਕ ਹੈ ਬਾਬਾ ਰਵਿਦਾਸ ਮਹਾਰਾਜ ਦੀ ਆਉਣ ਵਾਲੀਆਂ ਜਿਹੜੀਆਂ ਕੁਛ ਘਟਨਾਵਾਂ ਹਨ ਉਹ ਅਗਲੇ ਸੰਦਰਭ ਦੇ ਵਿੱਚ ਆਪ ਸਾਰੀਆਂ ਸੰਗਤਾਂ ਦੇ ਨਾਲ ਸਾਂਝਾ ਕਰੂਗਾ। ਸੋ ਇੰਨੀਆਂ ਬੇਨਤੀਆਂ ਕਰਦਾ ਹੈ ਹੁਣ ਦਾਸ ਖਿਮਾ ਦਾ ਜਾਚਕ ਵਾ ਜੀ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।